4 ਅਪ੍ਰੈਲ ਨੂੰ ਕੋਰੀਡੋਰ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਦੌੜ ਲਗਾ ਕੇ ਦਿੱਲੀ ਸਿੰਘੂ ਬਾਰਡਰ ਤੱਕ ਪਹੁੰਚਿਆ। ਜੋ ਸਾਰਾ ਜਿਹੜਾ ਸਫ਼ਰ ਹੈ ਇਹ 510 ਕਿਲੋਮੀਟਰ ਦਾ ਬਣਦਾ ਵਾ। ਇਹ ਸਾਡਾ ਵੀਰ ਨਗਰੇਟਾ ਆ, ਇਸ ਕੋਲ ਜ਼ਮੀਨ ਨਹੀਂ ਹੈ ਪਰ ਜ਼ਮੀਰ ਹੈਗਾ ਵਾ। ਰਸਤੇ ਦੇ ਵਿੱਚ ਸਾਨੂੰ ਅੰਬਾਲੇ ਜਾ ਕੇ ਥੋੜੀ ਜੀ ਮੁਸ਼ਕਲ ਆਈ ਹੈ ਜੀ। ਉਹ ਵੀ ਇੱਕ ਸਾਡੇ ਬਜ਼ੁਰਗ ਮੋਟਰਸਾਈਕਲ ਲੈ ਕੇ ਜਾ ਰਹੇ ਸੀ, ਉਹ ਰਸਤੇ ਦੇ ਵਿੱਚ ਰਨਿੰਗ ਕਰਦਿਆਂ ਇੱਕਦਮ ਹੀ ਮੇਰੇ ਅੱਗੇ ਆ ਗਏ ਨੇ। ਉਹ ਮੁੜਨ ਦੇ ਕਾਰਨ ਮੇਰੇ ਪੈਰ ਨੂੰ ਥੋੜੀ ਜੀ ਮੋਚ ਆਈ ਆ, ਉਸ ਦੀ ਸੋਝ ਵੀ ਅਜੇ ਤੱਕ ਹੈਗੀ ਹੈ। ਸਾਈਕਲ ਤੇ ਗਏ ਸੀਗੇ, ਸਾਈਕਲ ਤੇ ਪਹੁੰਚੇ ਉੱਥੇ ਤਾਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਮਰੀਆਂ ਜ਼ਮੀਰਾਂ ਵਾਲੇ ਨਹੀਂ ਪਹੁੰਚਣਾ ਚਾਹੁੰਦੇ, ਉੱਥੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਹੈਗੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਜ਼ਮੀਨਾਂ ਨਾ ਰਹੀਆਂ ਤੇ ਕਿਸਾਨ ਤੇ ਕੋਈ ਸਮਾਂ ਚਿਰ ਕੱਢ ਸਕਣਗੇ, ਪਰ ਜਿਹੜੇ ਮਜ਼ਦੂਰ ਨੇ ਜਾਂ ਹੋਰ ਜੋ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਵਾਸਤੇ ਬੜੀ ਜਿਹੜੀ ਆ ਜੀਵਨ ਵਿੱਚ ਮੁਸ਼ਕਲ ਹੋਵੇਗੀ। ਆ ਕੇ ਇਸ ਟਾਈਮ ਹੁਣ ਮੈਸੇਜ ਵਗੈਰਾ ਨਾਲ ਗੱਲ ਨਹੀਂ ਬਣਨੀ ਹੈਗੀ, ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਆ ਕਿਉਂਕਿ ਸਰਕਾਰ ਬੋਲੀ ਹੋਈ ਆ। ਸਰਕਾਰ ਬੋਲੀ ਹੋ ਚੁੱਕੀ ਸੀ, ਲੇਕਿਨ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਤਾਂ ਮਨ ਕੀ ਬਾਤ ਕਰਦੇ ਨੇ, ਤੁਸੀਂ ਸੁਣਦੇ ਤਾਂ ਹੋਵੋਗੇ। ਉਹ ਤਾਂ ਫਿਰ ਉਹ ਡਿਕਟੇਟਰਸ਼ਿਪ ਹੀ ਚੱਲ ਰਹੀ ਆ, ਉਹ ਸਭ ਇੱਕ ਡਰਾਮਾ ਹੀ ਆ। ਮੈਂ ਤਾਂ ਪ੍ਰਧਾਨ ਮੰਤਰੀ ਤੱਕ ਮੇਰੀ ਇੰਟਰਵਿਊ ਪਹੁੰਚੇ ਤੇ ਉਹ ਇੱਕ ਨੰਬਰ ਦਾ ਜੁਮਲੇਬਾਜ਼ ਤੇ ਡਰਾਮੇਬਾਜ਼ ਇਨਸਾਨ ਵੀ ਵਿਆਹ ਸ਼ਾਦੀ ਹੋਵੇ ਉੱਥੇ ਵੀ ਕਰੋਨਾ ਆ ਜਾਂਦਾ ਵਾ, ਪਰ ਕੋਈ ਪਾਰਟੀ ਰੈਲੀ ਕਰ ਰਹੀ ਆ ਉੱਥੇ ਕਰੋਨਾ ਜਿਹੜਾ ਭਗੌੜਾ ਹੋ ਜਾਂਦਾ ਵਾ। ਇਸ ਕਰਕੇ ਗੌਰਮੈਂਟ ਜਿਹੜੀ ਆ ਕਰੋਨਾ ਕਹਿ ਲਓ ਐਂਟੀ ਵਾਇਰਸ ਰੈਲੀਆਂ ਨੇ, ਐਂਟੀ ਵਾਇਰਸ ਸਰਕਾਰ ਆ। ਮੈਂ ਇੱਕ ਬਿਜ਼ਨਸਮੈਨ ਆ, ਮੇਰੀ ਫੈਕਟਰੀ ਆ। ਅੱਜ ਜਿਹੜੇ ਮੈਂ ਵਰਕਰ ਨੂੰ 15,000 ਤਨਖਾਹ ਦਿੰਨਾ ਤੇ ਕੱਲ ਨੂੰ ਅਗਰ ਮਹਿੰਗਾਈ ਵੱਧ ਗਈ ਉਹ ਮੇਰੇ ਤੋਂ 50,000 ਤਨਖਾਹ ਮੰਗੂਗਾ। ਇੱਕ ਪਾਸੇ ਮੋਦੀ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਮੇਕ ਇਨ ਇੰਡੀਆ ਦਾ ਸੁਪਨਾ ਦਿਖਾਇਆ ਸੀਗਾ ਤੇ ਨਾਲ ਹੁਣ ਆਤਮ ਨਿਰਭਰ ਭਾਰਤ ਕਿੱਥੋਂ ਬਣ ਜਾਊਗਾ? ਸਾਨੂੰ ਦੇਣ ਫਿਰ ਚਾਈਨਾ ਵਰਗੀਆਂ ਫੈਸਿਲਿਟੀਆਂ, ਚਾਈਨਾ ਨੂੰ ਬਾਈਕਾਟ ਕਰਨ ਨੂੰ ਤਾਂ ਕਹਿ ਰਹੇ ਨੇ, ਸਾਨੂੰ ਦੇਣ ਉੱਥੇ ਹੋਈ ਜਿਹੀਆਂ ਫੈਸਿਲਿਟੀਜ਼ ਇਹੋ ਜਿਹੇ ਕਾਲੇ ਕਾਨੂੰਨ ਨਾ ਲਿਆਂਦੇ ਜਾਣ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ ਤੇ ਅੱਜ ਲੁਧਿਆਣੇ ਦੇ ਸੁੰਦਰ ਨਗਰ ਦੇ ਵਿੱਚ ਅਸੀਂ ਮੌਜੂਦ ਹਾਂ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕਿਸਾਨ ਅੰਦੋਲਨ ਨੂੰ ਚੱਲਦਿਆਂ ਤਕਰੀਬਨ 5 ਮਹੀਨੇ ਹੋਣ ਵਾਲੇ ਨੇ, ਲੇਕਿਨ ਕੇਂਦਰੀ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਔਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਲਗਾਤਾਰ ਕਿਸਾਨ ਜਿਹੜੇ ਆਪਣੇ ਮੰਗਾਂ ਰੱਖ ਰਹੇ ਨੇ ਕਿ ਕਿਸਾਨ ਜਿਹੜੇ ਨੇ ਕਹਿ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਲੇਕਿਨ ਕੇਂਦਰ ਸਰਕਾਰ ਜਿਹੜੀ ਹੈ ਗੱਲ ਨਹੀਂ ਮੰਨਦੀ ਹੈਗੀ। ਤਾਂ ਲੋਕ ਯੋਗਦਾਨ ਪਾ ਰਹੇ ਨੇ, ਪੰਜਾਬ ਦੇ ਲੋਕ ਹੋਣ ਚਾਹੇ ਹਰਿਆਣੇ ਦੇ ਲੋਕ ਹੋਣ, ਕੋਈ ਵੀ ਹੋਵੇ ਤਾਂ ਯੋਗਦਾਨ ਪਾਉਣ ਦੇ ਲਈ ਜਿਹੜਾ ਹੈ ਕਿਸਾਨ ਅੰਦੋਲਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੀਲਾ ਕਰਦੇ ਨੇ ਤੇ ਯੋਗਦਾਨ ਪਾਉਂਦੇ ਨੇ। ਤਾਂ ਅੱਜ ਅਸੀਂ ਕੁਝ ਲੋਕਾਂ ਦੇ ਸ਼ਖਸ ਦੇ ਨਾਲ ਗੱਲਬਾਤ ਕਰਾਂਗੇ ਜੋ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਰਨਿੰਗ ਕਰਕੇ ਗਏ ਤੇ ਹੁਣ ਉਹਨਾਂ ਦੀ ਵਾਪਸੀ ਸੀ ਤਾਂ ਲੁਧਿਆਣੇ ਦੇ ਵਿੱਚ ਰੁਕੇ ਤਾਂ ਸਾਡੇ ਨੂੰ ਗੱਲਬਾਤ ਕਰਨ ਦੇ ਲਈ ਤਿਆਰ ਹੋਏ। ਤਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਬਾਈ ਜੀ, ਸਭ ਤੋਂ ਪਹਿਲਾਂ ਦੱਸਿਆ ਜਾਵੇ ਕਿ ਜਿਹੜੀ ਇਹ ਜੋ ਤੁਸੀਂ ਰਨਿੰਗ ਸਟਾਰਟ ਕੀਤੀ ਸੀ, ਕਿੱਥੋਂ ਸਟਾਰਟ ਕੀਤੀ ਸੀ, ਕਿੱਥੋਂ ਤੋਂ ਲੈ ਕਿੱਥੇ ਤੱਕ ਤੁਸੀਂ ਜਿਹੜੇ ਆ ਪਹੁੰਚੇ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ ਵੀਰ ਰਣਜੀਤ ਸਿੰਘ ਜੀਤਾ, ਪਿੰਡ ਭੀਲਾ, ਜ਼ਿਲ੍ਹਾ ਗੁਰਦਾਸਪੁਰ ਤੋਂ 4 ਅਪ੍ਰੈਲ ਨੂੰ ਕੋਰੀਡੋਰ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਦੌੜ ਲਗਾ ਕੇ ਦਿੱਲੀ ਸਿੰਘੂ ਬਾਰਡਰ ਤੱਕ ਪਹੁੰਚਿਆ। ਜੋ ਸਾਰਾ ਜਿਹੜਾ ਸਫ਼ਰ ਹੈ ਇਹ 510 ਕਿਲੋਮੀਟਰ ਦਾ ਬਣਦਾ ਵਾ। ਇਹ ਵੀਰ ਦੇ ਵਿੱਚ ਇੱਕ ਜਜ਼ਬਾ ਸੀ। ਇਹ ਸਾਡਾ ਵੀਰ ਨਗਰੇਟਾ ਆ, ਇਸ ਕੋਲ ਜ਼ਮੀਨ ਨਹੀਂ ਹੈ ਪਰ ਜ਼ਮੀਰ ਹੈਗਾ ਵਾ। ਇੱਕ ਮੋਰਚੇ ਦੇ ਵਿੱਚ ਜਾਨ ਪਾਉਣ ਵਾਸਤੇ ਬੜੀ ਮਿਹਨਤ, ਮਤਲਬ ਆਪਣੀ ਮਿਹਨਤ ਕਰਕੇ ਆਪਣਾ ਜਜ਼ਬਾ ਵਿਖਾਇਆ ਕਿ ਜਿਹੜਾ ਇੱਕ ਟੈਗ ਲੱਗਾ ਹੋਇਆ ਵਾ ਆਪਣੀ ਜਵਾਨੀ ਦੇ ਉੱਤੇ ਨਸ਼ਿਆਂ ਦਾ, ਇਸ ਟੈਗ ਨੂੰ ਦੂਰ ਕੀਤਾ। ਜਿਹੜਾ ਆਮ ਪ੍ਰਚਲਿਤ ਗੱਲਾਂ ਚੱਲਦੀਆਂ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਆ, ਤੇ ਵੀਰ ਤੇ ਦਿਲੋਂ ਰਣੀ ਆ ਕਿ ਬੜਾ ਵੱਡਾ ਹੌਸਲਾ ਤੇ ਬੜਾ ਵੱਡਾ ਕਦਮ ਵਿਖਾਇਆ। ਇਹ ਵੀਰ ਸਾਡਾ ਦੌੜ ਕੇ ਦਿੱਲੀ ਗਿਆ। ਇਹ ਸਾਡੇ ਗੁਰਭੇਜ ਸਿੰਘ ਜੀ, ਇਹ ਸਾਈਕਲ ਤੇ ਨਾਲ ਗਏ। ਸਾਡੇ ਪਿੰਡ ਦੇ ਵਿੱਚੋਂ ਇੱਕ 6 ਮੈਂਬਰੀ ਟੀਮ ਨਾਲ ਤਿਆਰ ਕੀਤੀ ਗਈ ਜੋ ਵੀਰ ਦੀ ਸਪੋਰਟ ਵਾਸਤੇ ਸਾਰੀ ਇੱਕ ਪਲੈਨਿੰਗ ਬਣਾ ਕੇ ਕੀਤੀ ਗਈ ਕਿ ਇਸ ਕੋਈ ਰਹਿਣ ਦੀ ਮੁਸ਼ਕਿਲ ਨਾ ਆਵੇ, ਕੋਈ ਖਾਣ ਦੀ ਮੁਸ਼ਕਿਲ ਨਾ ਆਵੇ। ਤੇ ਸਾਰੇ ਗੁਰੂ ਰਾਮਦਾਸ ਪਿਤਾ ਜੀ ਦੀ ਕਿਰਪਾ ਦੇ ਨਾਲ 10 ਦਿਨ ਦਾ ਸਾਡਾ ਜਿਹੜਾ ਪ੍ਰੋਸੈਸ ਸੀ ਬੜੀ ਚੜ੍ਹਦੀ ਕਲਾ ਨਾਲ ਹੋ ਨਿਬੜਿਆ। ਕੱਲ੍ਹ ਵਿਸਾਖੀ ਨੂੰ ਸਮਰਪਿਤ ਇਹ ਦੌੜ ਮਨਾਈ ਗਈ। ਇੱਕ ਜਜ਼ਬਾ ਸੀ ਮਨ ਦੇ ਵਿੱਚ ਇਹਨਾਂ ਦੇ ਕਿ ਜਿਹੜੀ 13 ਅਪ੍ਰੈਲ ਮਤਲਬ ਹੈਗੀ ਆ 2021 ਦੀ ਜਿਹੜੀ ਸਾਡੀ ਵਿਸਾਖੀ ਆ, ਅਸੀਂ ਸਿੰਘੂ ਬਾਰਡਰ ਤੇ ਆਪਣੇ ਕਿਸਾਨ ਵੀਰਾਂ ਦੇ ਨਾਲ ਮਨਾਵਾਂਗੇ। ਤੇ ਪ੍ਰਮਾਤਮਾ ਨੇ ਬੜੀ ਕਿਰਪਾ ਦੇ ਨਾਲ ਇਹ ਸਾਰਾ ਮੋਰਚਾ ਸਫਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਏ ਹੋ ਤਾਂ ਤੁਹਾਨੂੰ ਥਕਾਵਟ ਤਾਂ ਨਹੀਂ ਮਹਿਸੂਸ ਹੋਈ? ਲੋਕ ਕਹਿੰਦੇ ਜਿਵੇਂ ਹੁਣ ਕਈ ਨਾ ਜ਼ਮੀਰ ਮਰੀ ਹੋਈ ਹੁੰਦੀ ਹੈ, ਘਰੀ ਬੈਠੇ ਰਹਿੰਦੇ ਨੇ ਨਾ, ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਵੀ ਨਹੀਂ ਪਾਇਆ ਕਈ ਲੋਕਾਂ ਨੇ। ਤੁਸੀਂ ਉੱਥੇ ਰਨਿੰਗ ਕਰਕੇ ਗਏ ਹੋ, ਕਿਸੇ ਥਕਾਵਟ ਤਾਂ ਨਹੀਂ ਲੱਗੀ? ਨਹੀਂ ਜੀ, ਅਸੀਂ ਸਤਿਗੁਰ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਦੋਂ ਤੁਰੇ ਹਾਂ ਜੀ, ਡੇਰਾ ਬਾਬਾ ਨਾਨਕ ਤੋਂ 4 ਤਰੀਕ ਨੂੰ ਕੋਰੀਡੋਰ ਤੋਂ ਚੱਲੇ ਹਾਂ ਅਸੀਂ। ਤੇ ਰਸਤੇ ਦੇ ਵਿੱਚ ਸਾਨੂੰ ਅੰਬਾਲੇ ਜਾ ਕੇ ਥੋੜੀ ਜੀ ਮੁਸ਼ਕਲ ਆਈ ਹੈ ਜੀ। ਉਹ ਵੀ ਇੱਕ ਸਾਡੇ ਬਜ਼ੁਰਗ ਮੋਟਰਸਾਈਕਲ ਲੈ ਕੇ ਜਾ ਰਹੇ ਸੀ, ਉਹ ਰਸਤੇ ਦੇ ਵਿੱਚ ਰਨਿੰਗ ਕਰਦਿਆਂ ਇੱਕਦਮ ਹੀ ਮੇਰੇ ਅੱਗੇ ਆ ਗਏ ਨੇ। ਉਹ ਮੁੜਨ ਦੇ ਕਾਰਨ ਮੇਰੇ ਪੈਰ ਨੂੰ ਥੋੜੀ ਜੀ ਮੋਚ ਆਈ ਆ, ਉਸ ਦੀ ਸੋਝ ਵੀ ਅਜੇ ਤੱਕ ਹੈਗੀ ਹੈ। ਬਸ ਇਹੀ ਮੁਸ਼ਕਲ ਆਈ ਆ। ਉਹ 1-1.5 ਘੰਟਾ ਰੈਸਟ ਲੈਣ ਦੇ ਕਾਰਨ ਬਿਲਕੁਲ ਸਹੀ ਹੋ ਗਿਆ। ਬਾਬਾ ਜੀ ਦੀ ਕਿਰਪਾ ਦੇ ਨਾਲ ਕੋਈ ਵੀ ਮੁਸ਼ਕਿਲ ਨਹੀਂ ਆਈ। ਬਹੁਤ ਵਧੀਆ ਸਫ਼ਰ ਰਿਹਾ ਸੀ। ਵਿਸਾਖੀ ਵਾਲੇ ਦਿਨ ਸਭ ਸਿੱਖ ਸੰਗਤਾਂ ਨੂੰ ਮੁਬਾਰਕਾਂ ਦਿੰਦੇ ਹਾਂ ਵਿਸਾਖੀ ਦੀਆਂ।
ਬਹੁਤ ਬਹੁਤ ਵਧਾਈਆਂ ਹੋਣ। ਅਸੀਂ ਹੁਣ ਵਾਪਸੀ ਸਮੇਂ ਆਉਂਦੇ ਅੰਮ੍ਰਿਤਸਰ ਸ਼ੌਪ ਨਾਨਵਿਲ, ਜੋ ਪੰਜਾਬੀ ਦੇ ਵਿੱਚ ਅਸੀਂ ਕੁਲਚੇ ਛੋਲੇ ਕਹਿ ਦਿੰਦੇ ਆ, ਇਹ ਸਾਡੇ ਭੈਣ ਜੀ ਔਰ ਸਾਡੇ ਵੀਰ ਜੀ ਨੇ ਆਉਂਦੇ ਸਮੇਂ ਸਾਡੀ ਬਹੁਤ ਹੀ ਲੰਗਰਾਂ ਦੇ ਨਾਲ ਅਟੈਲ ਸੇਵਾ ਕੀਤੀ ਹੈ, ਜੂਸ ਨਾਲ, ਜਲ ਨਾਲ ਔਰ ਕੋਲਡ ਡਰਿੰਕ ਨਾਲ ਸੇਵਾ ਕੀਤੀ। ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਜੀ। ਜਿਵੇਂ ਕਿਸਾਨ ਅੰਦੋਲਨ ਦੇ ਬਾਰੇ ਗੱਲ ਕੀਤੀ ਜਾਂਦੀ, ਕਈ ਲੋਕ ਕਹਿੰਦੇ ਜੀ ਕਿਸਾਨ ਅੰਦੋਲਨ ਢਿੱਲਾ ਪੈ ਗਿਆ, ਉੱਥੇ ਪਹੁੰਚੇ ਹੋ ਤਾਂ ਚੜ੍ਹਦੀ ਕਲਾ ਦੇ ਵਿੱਚ ਸਾਰਾ ਕੁਝ। ਉੱਥੇ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੈ। ਅਸੀਂ ਤੇ ਬਹੁਤ ਹੀ ਸੰਗਤ ਦਾ ਭਰਵਾਂ ਹੰਗਾਰਾ ਕੱਲ੍ਹ ਵੇਖਿਆ ਹੈ, ਕੋਈ ਢਿੱਲੇ ਵਾਲੀ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਲੱਗੀ ਸਾਨੂੰ। ਅੱਛਾ, ਤੁਸੀਂ ਸਾਈਕਲ ਤੇ ਗਏ ਸੀਗੇ, ਸਾਈਕਲ ਤੇ ਪਹੁੰਚੇ ਉੱਥੇ, ਤਾਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਮਰੀਆਂ ਜ਼ਮੀਰਾਂ ਵਾਲੇ ਨਹੀਂ ਪਹੁੰਚਣਾ ਚਾਹੁੰਦੇ, ਉੱਥੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਹੈਗੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਭੇਜ ਸਿੰਘ, ਪਿੰਡ ਭੀਲਾ ਤੇਜਾ, ਜ਼ਿਲ੍ਹਾ ਗੁਰਦਾਸਪੁਰ। ਅਸੀਂ ਇਹੀ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਭਾਈ ਸਾਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਜੇ ਅਸੀਂ ਇਦਾਂ ਘਰੇ ਬੈਠੇ ਰਹੇ ਤੇ ਜੋ ਸਾਡੇ ਕਾਰੋਬਾਰ ਨੇ, ਮਜ਼ਦੂਰ ਨੇ ਜਾਂ ਹੋਰ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਾਂ ਕੋਈ ਪ੍ਰਾਪਰਟੀ ਡੀਲਰ, ਕੋਈ ਇਸ ਤਰ੍ਹਾਂ ਦਾ ਕੰਮਕਾਰ ਆ, ਜੇ ਕਿਸਾਨ ਵੀਰਾਂ ਕੋਲ ਜ਼ਮੀਨਾਂ ਨਾ ਰਹੀਆਂ ਤੇ ਕਿਸੇ ਦਾ ਕੰਮ ਵੀ ਜਿਹੜਾ ਉਹ ਨੇਪਰੇ ਨਹੀਂ ਚੜਨਾ। ਸਾਰੇ ਜਿਹੜੇ ਆ, ਜੇ ਕਿਸਾਨ ਵੀਰ ਜ਼ਮੀਨਾਂ ਨਾ ਰਹੀਆਂ ਤੇ ਕਿਸਾਨ ਤੇ ਕੋਈ ਸਮਾਂ ਚਿਰ ਕੱਢ ਸਕਣਗੇ, ਪਰ ਜਿਹੜੇ ਮਜ਼ਦੂਰ ਨੇ ਜਾਂ ਹੋਰ ਜੇ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਵਾਸਤੇ ਬੜੀ ਜਿਹੜੀ ਆ ਜੀਵਨ ਵਿੱਚ ਮੁਸ਼ਕਲ ਹੋਵੇਗੀ। ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਜਿਹੜੇ ਕਿਸਾਨ ਵੀਰਾਂ ਦਾ ਸਾਥ ਦੇਣ। ਸਾਡੇ ਅੰਦਰ ਵੀ ਦਰਦ ਸੀ, ਸਾਡੀ ਭਾਵੇਂ ਜ਼ਮੀਨ ਨਹੀਂ ਪਰ ਸਾਡੀ ਜ਼ਮੀਰ ਹੈ, ਅਸੀਂ ਉਹਦੇ ਵਿੱਚ ਯੋਗਦਾਨ ਪਾਇਆ ਵਾ ਕਿਸਾਨ ਵੀਰਾਂ ਦੇ ਮੋਰਚੇ ਦੇ ਵਿੱਚ, ਉਹਨੂੰ ਹੋਰ ਉਹ ਮੋਰਚੇ ਦੀ ਜੜ੍ਹ ਨੂੰ ਜਿਹੜਾ ਮਜ਼ਬੂਤ ਕੀਤਾ ਹੈ। ਅੱਛਾ ਮੈਮ, ਜਿਵੇਂ ਹੁਣ ਸੇਵਾ ਕੀਤੀ ਜਾ ਰਹੀ ਹੈ ਨਾ, ਜੇ ਕੋਈ ਪਹੁੰਚ ਰਿਹਾ ਤੁਹਾਨੂੰ ਸੇਵਾ ਕਰਕੇ ਦਿੱਤੀ ਜਾ ਰਹੀ ਹੈ ਕਿ ਹਾਂਜੀ ਤੁਸੀਂ ਇੱਥੇ ਲੰਗਰ ਛਕ ਸਕਦੇ ਹੋ, ਜਲ ਛਕ ਸਕਦੇ ਹੋ, ਕੀ ਕਹਿਣਾ ਚਾਹੋਗੇ ਕਿ ਇਹ ਅੰਦਰੋਂ ਉਤੇਜਨਾ ਸੀਗੀ ਇਸ ਨੂੰ ਲੈ ਕੇ, ਅੰਦੋਲਨ ਨੂੰ ਲੈ ਕੇ? ਹਾਂਜੀ ਦੇਖੋ, ਅੰਦੋਲਨ ਨੂੰ ਲੈ ਕੇ ਸਾਡੇ ਵੀ ਅਸੀਂ ਖੁਸ਼ਕਿਸਮਤੀ ਸਮਝਦੇ ਹਾਂ ਕਿ ਅਸੀਂ ਇੰਨਾ ਕੁ ਯੋਗਦਾਨ ਪਾ ਰਹੇ ਹਾਂ ਇਸ ਅੰਦੋਲਨ 'ਚ, ਜਿੰਨਾ ਸਾਨੂੰ ਵੀ ਇੱਕ ਪਰਮਾਤਮਾ ਨੇ ਬਲ ਬਖਸ਼ਿਆ, ਅਸੀਂ ਆਪਣੀ ਓਨੀ ਸੇਵਾ ਲਾਈ ਹੋਈ ਹੈ। ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਿਵੇਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਕਹਿਣ ਨੂੰ ਆ ਰਿਹਾ ਸੀਗਾ ਵੀ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਲੋਕ ਵਾਪਸ ਆ ਰਹੇ ਨੇ, ਲੇਕਿਨ ਹੁਣ ਜਦੋਂ ਦੇਖਿਆ ਜਾਂਦਾ ਕਿ ਕਿਸਾਨ ਅੰਦੋਲਨ 'ਚ ਬਹੁਤ ਸਾਰੇ ਲੋਕ ਵਾਪਸ ਵੀ ਜਾ ਰਹੇ ਨੇ, ਉੱਥੇ ਬੈਠੇ ਹੋਏ ਨੇ, ਤਾਂ ਕੀ ਕਹਿਣਾ ਚਾਹੋਗੇ ਇਸ ਨੂੰ? ਨਹੀਂ, ਇਹ ਤਾਂ ਦੇਖੋ ਮੀਡੀਆ, ਗੋਦੀ ਮੀਡੀਆ ਨੇ, ਤੁਹਾਨੂੰ ਪਤਾ ਹੈ ਸ਼ੁਰੂ ਤੋਂ ਅਫਵਾਹਾਂ ਫੈਲਾ ਰਹੇ ਆ। ਹੁਣ ਸਾਰੇ ਮੀਡੀਆ ਦਾ ਧਿਆਨ ਉਧਰ ਬੰਗਾਲ ਇਲੈਕਸ਼ਨਾਂ 'ਚ ਲੱਗਿਆ ਹੈ ਤੇ ਉਹਦਾ ਫਾਇਦਾ ਚੱਕ ਰਹੇ ਹੈ, ਪਰ ਐਦਾਂ ਦਾ ਅਸੀਂ ਦੇਖਿਆ ਕੁਝ ਨਹੀਂ ਹੈ। ਪੂਰੇ ਜ਼ੋਰ ਸ਼ੋਰ ਨਾਲ ਆਪਣਾ ਪਬਲਿਕ ਸਾਥ ਦੇ ਰਹੀ ਹੈ। ਜੇ ਵੀਰ ਜੀ ਗਏ ਹੈ ਸਾਰੇ ਰਸਤਿਆਂ 'ਚ, ਇਹਨਾਂ ਦਾ ਮੇਨ ਮੁੱਦਾ ਇਹ ਸੀ ਵੀ ਆਪਾਂ ਪਬਲਿਕ ਨੂੰ ਹੋਰ ਅਵੇਅਰ ਕਰੀਏ, ਜਾਗਰੂਕ ਕਰੀਏ। ਜਿਵੇਂ ਮੈਮ ਨੇ ਕਿਹਾ ਜੀ ਪਬਲਿਕ ਨੂੰ ਅਵੇਅਰ ਹੋਰ ਵੀ ਕਰਨਾ ਹੈ ਨਾ, ਜਿਵੇਂ ਹੁਣ ਪੰਜਾਬ ਦਾ ਮੀਡੀਆ ਲੱਗਿਆ ਹੋਇਆ ਅਵੇਅਰ ਕਰਨ ਦੀ ਲੱਗਿਆ ਹੋਇਆ ਵਾ, ਲੇਕਿਨ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਜਿਹੜੇ ਆ ਨਹੀਂ ਸੁਣਦੇ ਹੈ ਗੱਲ ਨੂੰ, ਇਗਨੋਰ ਮਾਰ ਦਿੰਦੇ ਨੇ, ਤਾਂ ਜਿਹੜੇ ਲੋਕ ਇਗਨੋਰ ਮਾਰਦੇ ਨੇ ਕਿਸਾਨ ਅੰਦੋਲਨ ਨੂੰ, ਤਾਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਬਾਰੇ? ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਇੱਕ ਵਾਰ ਉਹ ਬਿਲਸ ਜ਼ਰੂਰ ਪੜ੍ਹ ਲੈਣ। ਬਿਲਸ ਦੇ ਵਿੱਚ ਇੱਕ ਐਕਟ ਹੈ ਜਿਹਾ ਅਸੈਂਸ਼ੀਅਲ ਕਮੋਡਿਟੀ ਐਕਟ ਦੀ ਜਿਹੜੀ ਅਮੈਂਡਮੈਂਟ ਕੀਤੀ ਆ, ਜ਼ਿਆਦਾਤਰ ਸੰਖਿਆ ਜ਼ਿਆਦਾ ਪਾਪੂਲੇਸ਼ਨ ਮਿਡਲ ਕਲਾਸ ਦੀ ਆ, ਤੇ ਉਹ ਇੱਕ ਵਾਰ ਉਹ ਪੜ੍ਹ ਲੈਣ ਤੇ ਪੜ੍ਹ ਕੇ ਜੇ ਉਹਨੂੰ ਪ੍ਰੈਕਟੀਕਲੀ ਤੌਰ ਨਾਲ ਸੋਚਣਗੇ ਤਾਂ ਉਹਨਾਂ ਨੂੰ ਆਪੇ ਪਤਾ ਚੱਲੂ ਵੀ ਇਹ ਇਕੱਲੇ ਕਿਸਾਨਾਂ ਲਈ ਹਾਨੀਕਾਰਕ ਨਹੀਂ ਹੈਗੇ ਇਹ ਬਿੱਲ, ਇਹ ਹਰ ਇੱਕ ਆਮ ਇਨਸਾਨ ਲਈ ਨੇ। ਮੈਂ ਇੱਕ ਬਿਜ਼ਨਸਮੈਨ ਆ, ਮੇਰੀ ਫੈਕਟਰੀ ਆ, ਅੱਜ ਜਿਹੜਾ ਮੈਂ ਵਰਕਰ ਨੂੰ 15,000 ਤਨਖਾਹ ਦਿੰਨਾ ਤੇ ਕੱਲ ਨੂੰ ਅਗਰ ਮਹਿੰਗਾਈ ਵੱਧ ਗਈ ਉਹ ਮੇਰੇ ਤੋਂ 50,000 ਤਨਖਾਹ ਮੰਗੂਗਾ। ਇੱਕ ਪਾਸੇ ਮੋਦੀ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਮੇਕ ਇਨ ਇੰਡੀਆ ਦਾ ਸੁਪਨਾ ਦਿਖਾਇਆ ਸੀਗਾ, ਤੇ ਨਾਲ ਹੁਣ ਆਤਮ ਨਿਰਭਰ ਭਾਰਤ ਕਿੱਥੋਂ ਬਣ ਜਾਊਗਾ? ਸਾਨੂੰ ਦੇਣ ਫਿਰ ਚਾਈਨਾ ਵਰਗੀਆਂ ਫੈਸਿਲਿਟੀਆਂ, ਚਾਈਨਾ ਨੂੰ ਬਾਈਕਾਟ ਕਰਨ ਨੂੰ ਤਾਂ ਕਹਿ ਰਹੇ ਨੇ, ਸਾਨੂੰ ਦੇਣ ਉੱਥੇ ਹੋਈ ਜਿਹੀਆਂ ਫੈਸਿਲਿਟੀਜ਼ ਇਹੋ ਜਿਹੇ ਕਾਲੇ ਕਾਨੂੰਨ ਨਾ ਲਿਆਂਦੇ ਜਾਣ, ਅਸੀਂ ਇੱਥੇ ਦੱਬ ਕੇ ਕੰਮ ਕਰੀਏ, ਅਸੀਂ ਆਪਣੀ ਇੰਡਸਟਰੀ ਨੂੰ ਗਰੋ ਕਰੀਏ। ਇਸ ਲਈ ਮੇਰੇ ਕੋਲ ਜ਼ਮੀਨ ਨਹੀਂ ਹੈਗੀ, ਪਰ ਮੈਂ ਫੇਰ ਵੀ ਐਜ਼ ਅ ਬਿਜ਼ਨਸਮੈਨ ਇਸ ਅੰਦੋਲਨ ਨਾਲ ਦਿਲੋਂ ਜੁੜਿਆ ਹੋਇਆ, ਕਿਉਂਕਿ ਸਾਰੀ ਉਮਰ ਗੁਲਾਮੀ ਨਹੀਂ ਕਰਨਾ ਚਾਹੁੰਦੇ। ਅਸੀਂ ਡੈਮੋਕ੍ਰੇਸੀ ਵਾਲੀ ਕੰਟਰੀ 'ਚ ਰਹਿ ਰਹੇ ਹਾਂ ਔਰ ਅਸੀਂ ਇੱਥੇ ਆਪਣੀ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਾਂ। ਇਸ ਅੰਦੋਲਨ ਦੇ ਵਿੱਚ ਜੋ ਵੀ ਲੋਕ ਵਾਪਸ ਆਉਂਦੇ ਨੇ ਤਾਂ ਉਹਨਾਂ ਦੀ ਸੇਵਾ ਹਰੇਕ ਨੂੰ ਕੀਤੀ ਜਾਂਦੀ ਹੈ? ਬਿਲਕੁਲ, ਜਿੱਥੇ ਤੱਕ ਸਾਡੇ ਮੈਸੇਜ ਪਹੁੰਚਦਾ, ਮਤਲਬ ਸਾਡੇ ਤੱਕ ਕੋਈ ਆ ਜਾਂਦਾ ਤਾਂ ਅਸੀਂ ਆਪਣੀ ਖੁਸ਼ਕਿਸਮਤੀ ਸਮਝਦੇ ਹਾਂ ਕਿ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ। ਹੁਣ ਇਹ ਵੀਰ ਜੀ ਸਾਈਕਲ 'ਤੇ ਗਏ, ਉਹ ਰਨਿੰਗ ਕਰਕੇ ਗਏ ਨੇ, ਦੇਖੋ ਇਸ ਤੋਂ ਉੱਪਰ ਕੀ ਹੋਊਗਾ। ਹੁਣ ਤੁਸੀਂ ਦੇਖਿਆ ਹੋਣਾ ਵੀ ਆਰਤੀ ਚੌਂਕ 'ਚ ਪਿਛਲੇ 2-2.5 ਮਹੀਨੇ ਤੋਂ ਅਸੀਂ 5 ਬੰਦਿਆਂ ਨੇ ਸ਼ੁਰੂ ਕੀਤਾ ਸੀਗਾ ਇੱਕ ਪੀਸਫੁਲ ਪ੍ਰੋਟੈਸਟ, ਤੇ ਉੱਥੇ ਵੀ ਬਹੁਤ ਲੋਕ ਸਿਰਫ WhatsApp ਗਰੁੱਪਸ 'ਚ ਮੈਸੇਜ ਫਾਰਵਰਡ ਕਰਦੇ ਨੇ ਜਾਂ ਪੜ੍ਹਦੇ ਨੇ, ਉਹ 'ਤੇ ਕਮੈਂਟ ਕਰਦੇ ਨੇ। ਮੈਂ ਤਾਂ ਹਰੇਕ ਨੂੰ ਇਹੀ ਅਪੀਲ ਕਰਦਾ ਵੀ ਆ ਕੇ ਇਸ ਟਾਈਮ ਹੁਣ ਮੈਸੇਜ ਵਗੈਰਾ ਨਾਲ ਗੱਲ ਨਹੀਂ ਬਣਨੀ ਹੈਗੀ, ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਆ, ਕਿਉਂਕਿ ਸਰਕਾਰ ਬੋਲੀ ਹੋਈ ਆ। ਤੇ ਤੁਸੀਂ ਸਾਰੇ ਆਰਤੀ ਚੌਂਕ ਆਓ, ਉਹ ਵੀਰ ਜੀ ਜੇ ਭੱਜ ਕੇ ਜਾਂ ਉਹ ਸਾਈਕਲ 'ਤੇ ਇੰਨੀ ਦੂਰ 500 ਕਿਲੋਮੀਟਰ ਜਾ ਸਕਦੇ ਆ, ਤਾਂ ਅਸੀਂ ਆਪਣੇ ਘਰ ਤੋਂ 5-7 ਕਿਲੋਮੀਟਰ ਗੱਡੀਆਂ ਸਕੂਟਰਾਂ 'ਤੇ ਆ ਕੇ ਘੰਟਾ 2 ਘੰਟੇ ਉੱਥੇ ਆਪਣੇ ਹੱਕਾਂ ਲਈ ਲੜਾਈ ਨਹੀਂ ਲੜ ਸਕਦੇ। ਤੁਸੀਂ ਕਹਿੰਦੇ ਹੋ ਸਰਕਾਰ ਬੋਲੀ ਹੋ ਚੁੱਕੀ, ਲੇਕਿਨ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਤਾਂ ਮਨ ਕੀ ਬਾਤ ਕਰਦੇ ਨੇ, ਤੁਸੀਂ ਸੁਣਦੇ ਤਾਂ ਹੋਵੋਗੇ? ਉਹ ਤਾਂ ਸਰ ਉਹ ਆਪਣੇ ਮਨ ਕੀ ਬਾਤ ਕਰਦੇ ਨੇ ਨਾ, ਲੋਕਾਂ ਦੇ ਮਨ ਦੀ ਬਾਤ ਤਾਂ ਸੁਣਦੇ ਹੀ ਨਹੀਂ ਹੈਗੇ। ਉਹ ਤਾਂ ਫਿਰ ਉਹ ਡਿਕਟੇਟਰਸ਼ਿਪ ਹੀ ਚੱਲ ਰਹੀ ਆ, ਉਹ ਸਭ ਇੱਕ ਡਰਾਮਾ ਹੀ ਆ।
ਮੀਡੀਆ ਤੁਹਾਡੇ ਮੀਡੀਆ ਦੇ ਰਾਹੀਂ ਕਹੂੰਗਾ, ਮੈਂ ਤਾਂ ਚਾਹੁੰਦਾ ਵੀ ਇਹ ਪ੍ਰਧਾਨ ਮੰਤਰੀ ਤੱਕ ਮੇਰੀ ਇੰਟਰਵਿਊ ਪਹੁੰਚੇ ਤੇ ਉਹ ਇੱਕ ਨੰਬਰ ਦਾ ਜੁਮਲੇਬਾਜ਼ ਤੇ ਡਰਾਮੇਬਾਜ਼ ਇਨਸਾਨ ਆ। ਅਸੀਂ ਆਪ ਚਾਹੁੰਦੇ ਵੀ ਪਹੁੰਚੇ, ਜ਼ਰੂਰ ਪਹੁੰਚੇ ਪ੍ਰਧਾਨ ਮੰਤਰੀ ਤੱਕ ਤੇ ਉਹ ਸੁਣਨ ਗੱਲਾਂ ਜਿਹੜੀਆਂ ਵੀ ਨਾ ਤੁਸੀਂ ਕਹੀਆਂ ਨੇ। ਵੀ ਜੀ ਹੋਰ ਵੀ ਕੋਈ ਮੰਗ ਹੈਗੀ ਆ, ਜਿਵੇਂ ਕੋਰੀਡੋਰ ਨੂੰ ਲੈ ਕੇ, ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ ਗੱਲ ਕਹੀ ਜਾ ਰਹੀ ਸੀਗੀ ਵੀ ਹਾਂਜੀ ਲਾਂਘਾ ਖੋਲ੍ਹਿਆ ਜਾਵੇ? ਹਾਂਜੀ, ਲਾਂਘਾ ਜਿਹੜਾ ਵਾ ਉਹ ਤਾਂ ਜ਼ਰੂਰ ਖੋਲ੍ਹਿਆ ਜਾਵੇ, ਕਿਉਂਕਿ ਸਰਕਾਰ ਨੇ ਅਰਬਾਂ ਖਰਬਾਂ ਰੁਪਏ ਜਿਹੜੇ ਖਰਚੇ ਹੋਏ ਆ, ਸਿੰਘ ਸੰਗਤਾਂ ਦੇ ਮਨਾਂ ਦੇ ਵਿੱਚ ਬੜੀਆਂ ਭਾਵਨਾਵਾਂ ਕਿ ਅਸੀਂ ਆਪਣੇ ਗੁਰਧਾਮਾਂ ਦਰਸ਼ਨ ਕਰ ਸਕੀਏ। ਇਹ ਸਿਰਫ ਇੱਕ ਧਰਮ ਫਰਕਾ ਪ੍ਰਸਤੀ ਦੇ ਨਾਲ ਜਿਹੜਾ ਦੇਸ਼ ਚੱਲ ਰਿਹਾ ਵਾ, ਧਰਮ ਦੇ ਨਾਂ ਤੇ ਵੱਡੀਆਂ ਕੀਤੀਆਂ ਜਾ ਰਹੀਆਂ ਵਾ। ਇਹ ਲੜਾਈ ਹੁਣ ਕਿਤੇ ਆਪਣੀ ਜਿਹੜੀ ਆ ਬਿੱਲਾਂ ਤੋਂ ਤਾਂ ਵੱਧ ਕੇ ਸਿੱਖਾਂ ਦੀ ਹੋਂਦ ਦੀ ਲੜਾਈ ਚੱਲ ਚੁੱਕੀ ਆ। ਤੇ ਥੋੜਾ ਜਿਹਾ ਧਿਆਨ ਜ਼ਰੂਰ ਦਿਵਾਵਾਂਗੇ ਸਾਰੀ ਸਿੱਖ ਕੌਮ ਦਾ, ਸਾਰੇ ਪੰਜਾਬ ਦਾ, ਕਿ ਵੱਧ ਤੋਂ ਵੱਧ ਹੰਗਾਰਾ ਜਿਹੜਾ ਵਾ ਇਸ ਤੁਸੀਂ ਸੰਘਰਸ਼ ਦੇ ਵਿੱਚ ਦਿਓ, ਕਿਉਂਕਿ ਜਿਹੜਾ ਸਾਡਾ ਪੁਰਾਤਨ ਇਤਿਹਾਸ ਆ ਕਿ ਜਿਹੜੇ ਬੜੇ ਬੜੇ ਮਾਰ ਕੇ ਸਾਡੀ ਕੌਮ ਨੇ ਮਾਰੇ ਹੋਏ ਆ, ਅਸੀਂ ਉਸ ਕੌਮ ਦੇ ਵਾਰਸ ਆ ਤੇ ਵੱਧ ਤੋਂ ਸਾਨੂੰ ਇਸ ਸੰਘਰਸ਼ ਵਿੱਚ ਕੁੱਦਣਾ ਚਾਹੀਦਾ ਹੈ ਜੀ। ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਕੋਰੀਡੋਰ ਬੰਦ ਕੀਤਾ ਆ ਕਿਉਂਕਿ ਜਿਹੜੇ ਕਰੋਨਾ ਵਾਇਰਸ ਦੇ ਕੇਸਿਸ ਲਗਾਤਾਰ ਵਧ ਰਹੇ ਨੇ। ਕਹਿੰਦੇ ਲੁਧਿਆਣੇ ਦੇ ਵਿੱਚ 500 ਤੋਂ ਵੱਧ ਕੇਸ ਆਏ ਨੇ। ਗੱਲ ਹੋਈ ਕੇਸ ਤੇ ਵੇਖੋ ਜੀ ਪੱਛਮੀ ਬੰਗਾਲ ਦੇ ਵਿੱਚ ਵੀ ਵਧਣੇ ਚਾਹੀਦੇ ਆ, ਪਰ ਉੱਥੇ ਨਹੀਂ ਵਧ ਰਹੇ ਕਿਉਂਕਿ ਉੱਥੇ ਪਕੜਿਆ ਇਹਨਾਂ ਦੀ। ਜਿੱਥੇ ਥੋੜੀ ਪਕੜ ਢਿੱਲੀ ਆ ਉੱਥੇ ਥੋੜੇ ਕੇਸ ਜਿਹੜੇ ਘਟ ਰਹੇ ਆ, ਤੇ ਇਸ ਕਰਕੇ ਇਹ ਕੋਈ ਐਡਾ ਵਧੀਆ ਗੱਲ ਨਹੀਂ ਸਾਨੂੰ ਲੱਗਦੀ। ਤੇ ਥੋੜਾ ਜਿਹਾ ਧਿਆਨ ਦੇਣਾ, ਸੰਗਤ ਨੂੰ ਧਿਆਨ ਦੇਣਾ ਚਾਹੀਦਾ ਕਿ ਕਰੋਨਾ ਕੀ ਚੀਜ਼ ਆ। ਸਰਕਾਰ ਨਹੀਂ ਦੱਸ ਸਕਦੀ, ਪਬਲਿਕ ਦੱਸ ਸਕਦੀ ਹੈ ਸਾਰਿਆਂ ਤੋਂ ਜ਼ਿਆਦਾ ਜੀ। ਸਰਦਾਰ ਜੀ ਨੇ ਕਹਿਤਾ, ਕਹਿੰਦੇ ਬੰਗਾਲ ਦੇ ਵਿੱਚ ਵੀ ਕੇਸ ਵਧਣੇ ਚਾਹੀਦੇ ਆ, ਕੀ ਕਹਿਣਾ ਚਾਹੋਗੇ ਇਸ ਤੇ? ਇਹ ਜੀ ਸਾਰਾ ਕੁਝ ਇਸ ਤਰ੍ਹਾਂ ਹੀ ਆ। ਹੁਣ ਆਪ ਜੀ ਨੂੰ ਪਤਾ ਹੀ ਆ ਕਿ ਕੋਈ ਵੀ ਵਿਆਹ ਸ਼ਾਦੀ ਹੋਵੇ ਉੱਥੇ ਵੀ ਕਰੋਨਾ ਆ ਜਾਂਦਾ ਵਾ, ਪਰ ਕੋਈ ਪਾਰਟੀ ਰੈਲੀ ਕਰ ਰਹੀ ਆ ਉੱਥੇ ਕਰੋਨਾ ਜਿਹੜਾ ਭਗੌੜਾ ਹੋ ਜਾਂਦਾ ਵਾ। ਇਸ ਕਰਕੇ ਗੌਰਮੈਂਟ ਜਿਹੜੀ ਆ ਕਰੋਨਾ ਕਹਿ ਲਓ ਐਂਟੀ ਵਾਇਰਸ ਰੈਲੀਆਂ ਨੇ, ਐਂਟੀ ਵਾਇਰਸ ਸਰਕਾਰ ਆ, ਤੇ ਇਹ ਉਹਨਾਂ ਦੇ ਸੋਚਦੇ ਆ ਵੀ ਸ਼ਾਇਦ ਉੱਥੇ ਕਰੋਨਾ ਨਹੀਂ ਆ। ਇਹ ਸਭ ਡਰਾਮੇਬਾਜ਼ ਆ, ਕੋਈ ਮਤਲਬ ਨਹੀਂ ਆ, ਕੋਈ ਕਿਸੇ ਕਿਸਮ ਦਾ ਨਹੀਂ ਆ। ਆਪ ਜੀ ਦੇਖ ਸਕਦੇ ਅਸੀਂ ਇਸ ਤਰ੍ਹਾਂ ਹੀ ਤੁਰੇ ਫਿਰ ਰਹੇ ਆ। ਤਾਂ ਕੱਟ ਤੋਂ ਡਰਦਾ ਹੋਵੇ ਉਹ? ਬਿਲਕੁਲ ਬਿਲਕੁਲ ਗੱਠਜੋੜ ਤੋਂ ਡਰਦਾ ਜੀ, ਉਹ ਨਹੀਂ ਆਉਂਦਾ ਜੀ। ਬਾਕੀ ਅਸੀਂ ਲੁਧਿਆਣਾ ਪਹੁੰਚਣ ਤੇ ਲੁਧਿਆਣਾ ਵਾਸੀਆਂ ਵੱਲੋਂ ਸਾਡਾ ਜ਼ੋਰਦਾਰ ਸਵਾਗਤ ਕੀਤਾ ਗਿਆ ਵਾ, ਤੇ ਬਹੁਤ ਧੰਨਵਾਦ ਕਰਦੇ ਲੁਧਿਆਣਾ ਵਾਸੀਆਂ ਦਾ, ਖਾਸ ਤੌਰ ਤੇ ਭੈਣ ਜੀ ਮੇਗਾ ਜੀ ਹੁਣਾਂ ਦਾ, ਜਿਨ੍ਹਾਂ ਨੇ ਸਾਨੂੰ ਸਪੈਸ਼ਲ ਤੌਰ ਤੇ ਆਪਣੀ ਦੁਕਾਨ ਤੇ ਸੱਦ ਕੇ ਨਾਨ ਨਾਲ ਟਹਿਲ ਸੇਵਾ ਕੀਤੀ ਆ, ਹੋਰ ਚਾਹ ਪਾਣੀ ਦੇ ਗੱਫੇ ਬਖਸ਼ੇ ਆ ਜੀ ਇਹਨਾਂ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਤਾਂ ਉਹ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾ ਰਹੇ ਨੇ, ਜਿਵੇਂ ਕਿ ਸਾਈਕਲਿੰਗ ਕਰਕੇ ਤੇ ਰਨਿੰਗ ਕਰਕੇ ਵੀਰ ਜਿਹੜੇ ਪਹੁੰਚੇ ਸਿੰਘੂ ਬਾਰਡਰ ਦੇ ਉੱਤੇ। ਇਸੇ ਤਰੀਕੇ ਦੇ ਨਾਲ ਸਾਡੇ ਨੌਜਵਾਨ ਜਿਹੜੇ ਨੇ ਨਾ, ਉਹ ਵੀ ਬੜੇ ਉਤਾਵਲੇ ਨੇ ਇਸ ਸੰਘਰਸ਼ ਦੇ ਵਿੱਚ ਜਾਣ ਦੇ ਲਈ। ਲਗਾਤਾਰ ਇਸ ਅੰਦੋਲਨ ਦੇ ਵਿੱਚ ਪਹੁੰਚਣ ਦੇ ਲਈ ਦਿੱਲੀ ਵੱਲ ਨੂੰ ਜਿਹੜੇ ਆ ਕੂਚ ਕਰਦੇ ਨੇ ਨੌਜਵਾਨ। ਤੇ ਜਿਹੜੇ ਕਹਿੰਦੇ ਨੇ ਲੋਕ ਕਿ ਇਸ ਅੰਦੋਲਨ ਦੇ ਵਿੱਚ ਲੋਕ ਵਾਪਸ ਆ ਰਹੇ ਨੇ, ਤਾਂ ਉਹਨਾਂ ਦੀ ਮੂੰਹ ਤੇ ਚਪੇੜ ਹੈ ਕਿ ਲਗਾਤਾਰ ਇੱਥੋਂ ਜਿਹੜੇ ਲੋਕ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਯੋਗਦਾਨ ਪਾ ਕੇ ਦਿੱਲੀ ਪਹੁੰਚ ਰਹੇ ਨੇ ਤੇ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਸੋ ਵਧੇਰੀ ਅਪਡੇਟਸ ਜੁੜ ਰਹੇ ਔਨ 에ਅਰ ਦੇ ਨਾਲ। ਕੈਮਰਾਮੈਨ ਸੁਨੰਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।